ਕੀ ਤੁਸੀਂ ਐਕਸੀਡੈਂਟ ਦੇ ਕਾਰਨ ਪਰੇਸ਼ਾਨ ਹੋ? ਕਾਲ ਹਾਸ਼ਮੀ ਲਾਅ ਫਰਮ। ਇਹ ਪਰਸਨਲ ਇੰਜਰੀ ਅਤੇ ICPC ਕੇਸਿਸ ਦੇ ਮਾਹਰ ਹਨ। ਡਾਇਨਾਮਿਕ, ਤਜਰਬੇਕਾਰ ਅਤੇ ਪ੍ਰੋਫੈਸ਼ਨਲ ਲਾਇਰਸ ਦੀ ਟੀਮ ਨੂੰ ਅੱਜ ਹੀ ਫ੍ਰੀ ਕੰਸਲਟੇਸ਼ਨ ਲਈ ਕਾਲ ਕਰੋ 604 599 2900 ਤੇ। ਸਾਨੂੰ ਪਤਾ ਹੈ ਤੁਹਾਡੇ ਉੱਤੇ ਕੀ ਗੁਜ਼ਰ ਰਹੀ ਹੈ, ਅਸੀਂ ਤੁਹਾਡੇ ਨਾਲ ਹਾਂ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਪਿਛਲੇ ਹਫਤੇ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਬਜ਼ੁਰਗ ਜਿਹੜੇ ਸਾਡੇ ਨੇ, ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਜਿਹੜੇ ਵੀ ਮੁਕਾਮ ਤੇ ਪਹੁੰਚੇ ਹਾਂ, ਉਹਨਾਂ ਨਾਲ ਕਈ ਵਾਰੀ ਦੁਰਵਿਵਹਾਰ ਹੁੰਦਾ ਹੈ ਤੇ ਮੁੱਖ ਕਾਰਨ ਕਈ ਵਾਰੀ ਇਹ ਹੁੰਦਾ ਹੈ ਕਿ ਫਾਈਨੈਂਸ਼ਲੀ ਜਦੋਂ ਉਹਨਾਂ ਕੋਲ ਤਾਕਤ ਹੁੰਦੀ ਹੈ ਤਦ ਤਾਂ ਬੜੀ ਰਿਸਪੈਕਟ ਹੁੰਦੀ ਹੈ, ਲੇਕਿਨ ਉਸ ਤੋਂ ਇਲਾਵਾ ਜਦੋਂ ਪੈਸੇ ਖਤਮ ਹੋ ਜਾਂਦੇ ਨੇ ਤਾਂ ਉਹਨਾਂ ਨਾਲ ਦੁਰਵਿਵਹਾਰ ਸ਼ੁਰੂ ਹੋ ਜਾਂਦਾ ਹੈ। ਵੈਲ, ਇਹ ਬਹੁਤ ਸਾਰੇ ਕੇਸਿਸ ਸਾਡੇ ਸਾਹਮਣੇ ਆਏ, ਇਸੇ ਕਰਕੇ ਇਸ ਵਿਸ਼ੇ ਨੂੰ ਅਸੀਂ ਲੈ ਕੇ ਆਏ। ਅਤੇ ਪਿਛਲੇ ਹਫਤੇ ਸਰਦਾਰ ਅਰਵਿੰਦਰ ਸਿੰਘ ਕਲਸੀ, ਜਿਹੜੇ ਕਿ ਇੱਕ ਨਾਮਵਰ ਕ੍ਰੈਡਿਟ ਕਾਉਂਸਲਰ ਨੇ, ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਉਹਨਾਂ ਦੇ ਵੀ ਇਹੀ ਐਕਸਪੀਰੀਅੰਸ ਹੈ। ਬਹੁਤ ਸਾਰੇ ਲੋਕ ਜਿਹੜੇ ਉਹਨਾਂ ਕੋਲ ਆਉਂਦੇ ਨੇ ਉਹ ਵੀ ਆਪਣੇ ਚੈਲੰਜਸ ਬਾਰੇ ਦੱਸਦੇ ਨੇ ਤੇ ਕਿਸ ਤਰੀਕੇ ਨਾਲ ਇਹ ਉਹਨਾਂ ਨੂੰ ਗਾਈਡ ਕਰਦੇ ਨੇ। ਇਸੇ ਇਨਫੋਰਮੇਸ਼ਨ ਨੂੰ ਅੱਜ ਲੈ ਕੇ ਤੁਹਾਡੇ ਸਾਹਮਣੇ ਮੁੜ ਤੋਂ ਹਾਜ਼ਰ ਹੁੰਦੇ ਹਾਂ। ਜੀ ਅਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਹਰਪ੍ਰੀਤ ਜੀ, ਔਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਗੱਲਬਾਤ ਕਰੀਏ ਜੀ, ਜੋ ਪਿਛਲੇ ਹਫਤੇ ਜਿੱਥੇ ਅਸੀਂ ਛੱਡੀ ਸੀ ਕਿ ਬਜ਼ੁਰਗਾਂ ਦਾ, ਤੁਸੀਂ ਦੋ ਕਿਸਮ ਦੇ ਬਜ਼ੁਰਗਾਂ ਦੀ ਗੱਲ ਕੀਤੀ ਸੀ, ਜਿਨ੍ਹਾਂ 'ਚ ਕਿ ਇੱਕ ਤਾਂ ਬਜ਼ੁਰਗ ਤੇ ਇੱਕ ਸਾਡੇ ਵਰਗੇ ਜਿਹੜੇ ਕਿ ਉਸ ਫੀਲਡ ਵਿੱਚ ਜਾ ਰਹੇ ਨੇ। ਤਾਂ ਹੁਣ ਗੱਲ ਆਉਂਦੀ ਹੈ ਜੀ ਕਿ ਉਹਨਾਂ ਵਾਸਤੇ ਜਿਨ੍ਹਾਂ ਨੇ ਕਿ ਇਹ ਆਪਣੀ ਸਾਰੀ ਉਮਰ ਮਿਹਨਤ ਕਰਕੇ ਘਰ ਵੀ ਖੜੇ ਕੀਤੇ, ਬੱਚਿਆਂ ਨੂੰ ਵੀ ਇਸਟੈਬਲਿਸ਼ ਕੀਤਾ, ਉਹਨਾਂ ਦੇ ਵਿਆਹ ਵੀ ਕੀਤੇ ਤੇ ਅੱਜ ਉਹ ਉਹਨਾਂ ਦੇ ਹੀ ਰਹਿਮੋ ਕਰਮ ਤੇ ਕਈ ਵਾਰੀ ਜਿਹੜਾ ਹੈਗਾ ਆਪਣਾ ਸਮਾਂ ਗੁਜ਼ਾਰਦੇ ਨੇ। ਬਿਲਕੁਲ। ਉਹਨਾਂ ਵਾਸਤੇ ਅੱਜ ਤੁਸੀਂ ਸਾਨੂੰ ਦੱਸੋ ਕਿ ਜਦੋਂ ਤੁਹਾਡੇ ਕੋਲ ਆ ਕੇ ਗੱਲਬਾਤ ਕਰਦੇ ਨੇ ਬਜ਼ੁਰਗ, ਤੇ ਉਹਨਾਂ 'ਚੋਂ ਕਿਹੜੀ ਚੀਜ਼ਾਂ ਤੁਸੀਂ ਕੱਢੀਆਂ, ਨਿਚੋੜ ਜਿਹਨੂੰ ਅਸੀਂ ਕਹਿੰਦੇ ਹਾਂ ਕੱਢਿਆ, ਤੇ ਉਹਦੇ ਕੀ ਉਹਨਾਂ ਨੂੰ ਤੱਥ ਤੁਹਾਡੇ ਸਾਹਮਣੇ ਆਏ? ਹਰਪ੍ਰੀਤ ਜੀ, ਜਦੋਂ ਸਾਡੇ ਕੋਲ ਬਜ਼ੁਰਗ ਆਉਂਦੇ ਨੇ ਜੀ, ਪਹਿਲੀ ਗੱਲ ਉਹਨਾਂ ਦੇ ਚਿਹਰੇ ਤੇ ਇੰਨੀ ਨਮੋਸ਼ੀ ਹੁੰਦੀ ਹੈ ਕਿ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ। ਚਿਹਰੇ ਤੇ ਇੰਨਾ ਦਰਦ ਹੁੰਦਾ ਹੈ ਕਿ ਜਿਸ ਤਰ੍ਹਾਂ ਕਹਿੰਦੇ ਨਾ, ਫੋੜੇ ਨੂੰ ਹੱਥ ਮਾਰੋ ਤੇ ਫਿਸ ਜਾਂਦਾ ਹੈ। ਉਹ ਵਿਚਾਰੇ ਇੰਨੇ ਅੰਦਰੋਂ ਭਰੇ ਹੁੰਦੇ ਹੈ ਕਿ ਜਦੋਂ ਉਹਨਾਂ ਨਾਲ ਦੋ ਵੀ ਪਿਆਰ ਦੀ ਗੱਲ ਹੁੰਦੀ ਹੈ ਤੇ ਵਿਚਾਰੇ ਰੋਣ ਲੱਗ ਪੈਂਦੇ ਨੇ। ਹੁਣ ਰੋਣ ਦਾ ਮਤਲਬ ਇਹ ਨਹੀਂ ਕਿ ਉਹ ਸਟੇਜ ਕਰ ਰਹੇ ਨੇ, ਉਹ ਅੰਦਰੋਂ ਬੜੇ ਦੁਖੀ ਨੇ, ਉਹਨਾਂ ਦੀ ਗੱਲ ਕੋਈ ਸੁਣਨ ਵਾਲਾ ਨਹੀਂ। ਮੈਂ ਇੱਕ ਸਮਝਦਾ ਕਿ ਸਾਰੇ ਵੀ ਇਸ ਵੇਲੇ ਸਾਰੀ ਕਮਿਊਨਿਟੀ ਨੂੰ ਲੋੜ ਹੈ, ਜਿਹੜੇ ਵੀ ਯੰਗਸਟਰਸ ਨੇ, ਜਿਨ੍ਹਾਂ ਦੇ ਵੀ ਬਜ਼ੁਰਗ ਘਰ 'ਚ ਹੈ, ਅਸੀਂ ਥੋੜ੍ਹਾ ਜਿਹਾ ਉਹਨਾਂ ਵੱਲ ਧਿਆਨ ਦਿਆ ਕਰੀਏ, ਵੇਲੇ ਕਿ ਵੇਲੇ ਉਹਨਾਂ ਨਾਲ ਗੱਲ ਕਰਿਆ ਕਰੀਏ। ਗੱਲ ਕਰਨ ਦਾ ਮਤਲਬ ਹੈ ਕਿ ਉਹ ਆਪਣੇ ਦਿਲ ਦੇ ਉਬਾਲ ਕੱਢ ਸਕਣ, ਤੁਹਾਡੇ ਨਾਲ ਗੱਲਬਾਤ ਕਰ ਸਕਣ, ਕੁਝ ਚੀਜ਼ਾਂ ਦੀ ਸਾਂਝ ਪਾ ਸਕੀਏ। ਪਰ ਜਦੋਂ ਅਸੀਂ ਉਹਨਾਂ ਨੂੰ ਬਿਲਕੁਲ ਕੱਟ ਆਊਟ ਕਰ ਦਈਦਾ ਹੈ ਕਿ ਤੁਹਾਡਾ ਕੋਈ ਲੈਣਾ ਦੇਣਾ ਨਹੀਂ, ਤੁਹਾਨੂੰ ਤਾਂ ਸਮਝ ਹੀ ਨਹੀਂ, ਤੁਸੀਂ ਬੇਵਕੂਫ ਹੋ, ਉਹ ਬੇਵਕੂਫ ਨਹੀਂ ਹੁੰਦੇ। ਠੀਕ ਹੈ, ਉਹਨਾਂ ਕੋਲ ਪੜ੍ਹਾਈ ਲਿਖਾਈ ਘੱਟ ਹੈ, ਉਹਨਾਂ ਦੇ ਬੋਲਣ ਦਾ ਸਟਾਈਲ ਡਿਫਰੈਂਟ ਹੋ ਸਕਦਾ ਹੈ, ਉਹਨਾਂ ਦਾ ਸਮਝਣ ਦਾ ਸਟਾਈਲ ਡਿਫਰੈਂਟ ਹੋ ਸਕਦਾ ਹੈ, ਪਰ ਕੀਪ ਇਨ ਮਾਈਂਡ ਉਹ ਫੇਰ ਵੀ ਇਸ ਕਾਬਲ ਸੀ ਜਿੱਥੇ ਤੁਹਾਨੂੰ ਅੱਜ ਪ੍ਰਵਾਨ ਚੜਾਇਆ, ਤੁਸੀਂ ਉੱਥੇ ਪਹੁੰਚੇ ਹੋ। ਠੀਕ ਹੈ, ਸੋ ਦਿਸ ਇਜ਼ ਸਮਥਿੰਗ ਵੈਰੀ ਇੰਪੋਰਟੈਂਟ, ਜਿਹੜਾ ਕਿ ਸਾਨੂੰ ਥੋੜ੍ਹਾ ਜਿਹਾ ਆਪਣਾ ਦਿਲ ਜਾਂ ਵਿੰਡੋ ਖੋਲ੍ਹਣੀ ਪੈਣੀ ਹੈ ਕਿ ਲੈਟ ਦੈਮ ਸਪੀਕ ਆਊਟ, ਲੈਟ ਦੈਮ ਟਾਕ, ਤਾਂ ਕਿ ਸਾਨੂੰ ਪਤਾ ਲੱਗ ਸਕੇ। ਕਿਉਂਕਿ ਜਦੋਂ ਅਸੀਂ ਗੱਲ ਨਹੀਂ ਕਰਦੇ ਨਾ, ਫਿਰ ਕੀ ਹੁੰਦਾ ਹੈ ਕਿ ਉਹ ਜਾ ਕੇ ਬਾਹਰ ਇੱਕ ਬਜ਼ੁਰਗਾਂ ਦੀ ਟੋਲੀ 'ਚ ਬੈਠਦੇ ਨੇ। ਹੁਣ ਜਿਵੇਂ ਸਾਰੇ ਬਜ਼ੁਰਗ ਨੂੰ ਆਪਾਂ ਧਕੇਲਿਆ ਹੋਵੇ ਤੇ ਇਨਫੋਰਮੇਸ਼ਨ ਤੇ ਕਿਸੇ ਕੋਲ ਵੀ ਪ੍ਰੋਪਰ ਨਹੀਂ ਹੈਗੀ, ਫਿਰ ਉੱਥੇ ਜਾ ਕੇ ਕੀ ਹੁੰਦਾ ਹੈ, ਮਿਸ ਇਨਫੋਰਮੇਸ਼ਨ ਜਿਹੜੀ ਸਾਡੀ ਕਮਿਊਨਿਟੀ 'ਚ ਫਿਰਦੀ ਹੈ, ਉਹ ਫਿਰ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ। ਮਸਲਨ ਕਿ ਅੱਜ ਮੈਨੂੰ ਮੇਰੇ ਪੁੱਤਰ ਨੇ ਸਪਾਂਸਰ ਕੀਤਾ, ਮੈਂ ਕੈਨੇਡਾ 'ਚ ਆ ਗਿਆ, 6 ਮਹੀਨੇ ਸਾਲ ਤੇ ਉਹਨਾਂ ਨੇ ਠੀਕ ਰੱਖਿਆ, ਮੋੜ ਮੈਨੂੰ ਧੱਕੇ ਮਾਰਨ ਲੱਗ ਪਏ। ਹੁਣ ਜਦੋਂ ਮੈਂ ਬਜ਼ੁਰਗਾਂ ਦੀ ਟੋਲੀ 'ਚ ਫਿਰ ਬੈਠਾ ਬਾਹਰ, ਉਹਦੇ ਵਿੱਚੋਂ ਇੱਕ ਨੇ ਕਿਹਾ ਕਿ ਭਾਈ ਤੂੰ ਇੰਜ ਕਰ, ਚੁੱਪ ਕਰਕੇ ਵੈਲਫੇਅਰ ਤੇ ਚਲਾ ਜਾ। ਠੀਕ ਹੈ, ਤੈਨੂੰ ਪੈਸੇ ਨਹੀਂ ਦਿੰਦੇ ਨਾ, ਤੈਨੂੰ ਫਲਾਣੀ ਚੀਜ਼ ਨਹੀਂ ਮਿਲਦੀ। ਹੁਣ ਮੈਨੂੰ ਲੱਗਦਾ ਹੈ ਕਿ ਇਹ ਬੰਦਾ ਮੇਰੇ ਨਾਲ ਪਹਿਲਾਂ ਤਾਂ ਆਇਆ ਹੈ, ਇਹਨੂੰ ਸਾਰੀ ਇਨਫੋਰਮੇਸ਼ਨ ਹੈਗੀ ਹੈ, ਤੇ ਮੈਂ ਵੀ ਜਜ਼ਬਾਤੀ ਹੋ ਕੇ ਮੈਂ ਵੈਲਫੇਅਰ ਤੇ ਚਲਾ ਗਿਆ। ਹੁਣ ਮੈਨੂੰ ਆਏ ਨੂੰ ਸਿਰਫ 2 ਸਾਲ ਹੋਏ ਸੀ, ਮੈਂ ਵੀ ਵੈਲਫੇਅਰ ਤੇ, ਮੇਰੀ ਵਾਈਫ ਵੀ ਵੈਲਫੇਅਰ ਤੇ। ਹੁਣ ਗਵਰਨਮੈਂਟ ਨੇ ਸਾਨੂੰ ਤੇ ਪਾਲਣਾ, ਗਵਰਨਮੈਂਟ ਨੇ ਪੈਸੇ ਦੇਣੇ ਸ਼ੁਰੂ ਕਰਤੇ, ਔਰ ਇਹ ਗੱਲ ਮੇਰੇ ਪੁੱਤਰ ਨੂੰ ਨਹੀਂ ਪਤਾ ਲੱਗੀ, ਮੇਰੀ ਨੂੰਹ ਨੂੰ ਨਹੀਂ ਪਤਾ ਲੱਗੀ, ਜਾਂ ਮੇਰੀ ਬੇਟੀ ਨੂੰ ਨਹੀਂ ਪਤਾ ਲੱਗੀ। ਅਚਾਨਕ ਫਿਰ ਉਹਨਾਂ ਨੂੰ ਇੱਕ ਦਿਨ ਰੈਵਨਿਊ ਕੈਨੇਡਾ ਤੋਂ ਚਿੱਠੀ ਆ ਗਈ ਕਿ ਤੁਸੀਂ $80,000 ਦੇਣਾ ਹੈ। ਉਹ ਕਹਿੰਦੇ ਜੀ ਇਹ ਕਾਹਦਾ ਦੇਣਾ ਸੀ? ਉਹ ਕਹਿੰਦੇ ਤੁਹਾਡੇ ਬਜ਼ੁਰਗ ਜਿਹੜੇ ਸੀਗੇ ਉਹਨਾਂ ਨੂੰ ਤੇ ਅਸੀਂ ਵੈਲਫੇਅਰ ਦਿੰਦੇ ਰਹੇ ਹਾਂ। ਕਿਉਂਕਿ ਜਦੋਂ ਅਸੀਂ ਬਜ਼ੁਰਗਾਂ ਨੂੰ ਹੁਣ ਕਵਾਂ ਸਪਾਂਸਰ ਕਰਨੇ ਜਾਂ ਇੰਪੋਰਟ ਕਰਨੇ ਆ, ਇੰਪੋਰਟ ਮੈਂ ਲਫ਼ਜ਼ ਇਸ ਲਈ ਕਿਹਾ ਹੈ ਕਿਉਂਕਿ ਅਸੀਂ ਅਮੂਮਨ ਇਸੇ ਤਰੀਕੇ ਲੈਂਗੁਏਜ 'ਚ ਗੱਲ ਕਰ ਰਹੇ ਹਾਂ ਕਿ ਜਦੋਂ ਬਜ਼ੁਰਗਾਂ ਨੂੰ ਸਪਾਂਸਰ ਕਰੀਦਾ, ਉਹਨਾਂ ਦੀ ਅਸੀਂ 10 ਸਾਲ ਦੀ ਗਰੰਟੀ ਲਈਦੀ ਹੈ
ਗਰੰਟੀ ਕਿਸ ਗੱਲ ਦੀ ਕਿ ਕਦੀ ਵੈਲਫੇਅਰ ਤੇ ਨਹੀਂ ਜਾਣਗੇ ਔਰ ਕਦੀ ਇਹ ਸੋਸ਼ਲ ਅਸਿਸਟੈਂਸ ਤੇ ਨਹੀਂ ਜਾਣਗੇ। ਯਾਨੀ ਮੈਂ ਐਜ਼ ਅ ਸਨ ਡਾਟਰ ਮੇਰੇ 'ਚ ਤਾਕਤ ਹੈ ਕਿ ਮੈਂ 10 ਸਾਲ ਹੀ ਇਹਨਾਂ ਨੂੰ ਰੋਟੀ ਪਾਣੀ ਦਾਂਗਾ। ਅੱਛਾ, ਹੁਣ ਜਦੋਂ ਇਹ ਹੁੰਦਾ ਹੈ ਇੱਕ ਸਾਰੇ ਘਰ ਦੇ ਵਿੱਚ ਇੱਕ ਜ਼ਲਜ਼ਲਾ ਆ ਜਾਂਦਾ ਹੈ। ਸਾਰੀ ਨੂੰਹ ਵੀ ਨਾਰਾਜ਼ ਹੋ ਗਈ, ਬੇਟੀ ਵੀ ਨਾਰਾਜ਼ ਹੋ ਗਈ, ਬੇਟਾ ਵੀ ਨਾਰਾਜ਼ ਹੋ ਗਿਆ। ਉਹ ਇਹ ਕਹਿੰਦਾ ਬਾਪੂ ਤੂੰ ਕੀ ਕੀਤਾ? ਕਹਿੰਦਾ ਵੀ ਮੈਨੂੰ ਫਲਾਣੇ ਸਿੰਘ ਨੇ ਕਿਹਾ ਸੀ। ਮੈਂ ਕਿਹਾ ਚਲੋ ਠੀਕ ਹੀ ਹੋਣਾ ਹੈ। ਸੋ ਕਹਿਣ ਦਾ ਮਤਲਬ ਇਹ 'ਚ ਬਜ਼ੁਰਗ ਦੀ ਕਸੂਰ ਕੋਈ ਨਹੀਂ। ਇਹ ਕਸੂਰ ਕੀ ਹੋਇਆ ਕਿ ਸਾਡੀ ਕਮਿਊਨੀਕੇਸ਼ਨ ਲੈਕ ਕਰਨ, ਉਸ ਕਾਰਨ ਉਹਨਾਂ ਨੇ ਕਿਸੇ ਹੋਰ ਦੀ ਸੁਣ ਕੇ ਕਰ ਲਿਆ। ਐਬਸੋਲੂਟਲੀ। ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਬਜ਼ੁਰਗ ਜਿਹੜੇ ਆ ਉਹਨਾਂ ਕੋਲ ਨੌਲੇਜ ਘੱਟ ਹੈ, ਉਹਨਾਂ ਨੂੰ ਅਸੀਂ ਜਾਂ ਤੇ ਆਪਣੇ ਵਜੋਂ ਥੋੜ੍ਹਾ ਜਿਹਾ ਐਜੂਕੇਟ ਕਰੀਏ, ਉਹਨਾਂ ਨੂੰ ਦੱਸੀਏ ਕਿ ਡੈਡ ਮਮ ਇਹ ਚੀਜ਼ਾਂ ਹੁੰਦੀਆਂ, ਇਸ ਤਰ੍ਹਾਂ ਹੁੰਦੀਆਂ। ਔਰ ਇੱਥੇ ਬੜੀਆਂ ਸੁਸਾਇਟੀਜ਼ ਬਣੀਆਂ ਨੇ ਜਿਹੜੀਆਂ ਬਜ਼ੁਰਗਾਂ ਵਾਸਤੇ ਬਣੀਆਂ ਨੇ, ਜਿੱਥੇ ਬਜ਼ੁਰਗ ਜਾ ਕੇ ਦੇ ਕੈਨ ਲਰਨ ਲੋਟ ਆਫ ਥਿੰਗਸ। ਪਰ ਅਸੀਂ ਉਧਰ ਇਨੀਸ਼ੀਏਟਿਵ ਨਹੀਂ ਲੈਂਦੇ, ਉਹਨਾਂ ਨੂੰ ਸਿਰਫ ਕਮਾਈ ਵਾਲੀ ਤੱਕੀ ਰੱਖਦੇ ਆ ਤੇ ਜਿੰਨੀ ਦੇਰ ਤੇ ਪੈਸੇ ਆਉਂਦੇ ਉਨੀ ਦੇਰ ਅਸੀਂ ਲੁੱਕ ਆਫਟਰ ਕਰਦੇ, ਫਿਰ ਨਹੀਂ ਕਰਦੇ ਔਰ ਫਿਰ ਮਜਬੂਰਨ ਹੋ ਕੇ ਬਜ਼ੁਰਗ ਉਸ ਰਸਤੇ ਚੱਲ ਪੈਂਦੇ ਨੇ, ਵਿਚ ਇਜ਼ ਵੈਰੀ ਡਿਜ਼ਾਸਟਰਸ। ਥਰਡਲੀ, ਜਿਹੜੇ ਇੱਥੋਂ ਦੇ ਬੈਂਕਸ ਵਗੈਰਾ ਨੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ, ਦੇ ਪ੍ਰੇ ਔਨ ਓਲਡ ਪੀਪਲ, ਯਾਨੀ ਉਹਨਾਂ ਨੂੰ ਟਾਰਗੇਟ ਬਣਾਉਂਦੇ ਨੇ। ਹੁਣ ਮੇਰੀ ਉਮਰ 65 ਸਾਲ ਹੈ, ਮੇਰੇ ਕੋਲ ਕੰਮ ਕੋਈ ਨਹੀਂ, ਉਹ ਮੈਨੂੰ ਤਾਂ ਵੀ $1000 ਦਾ ਕਾਰਡ ਭੇਜ ਦਿੰਦੇ ਨੇ। ਹੁਣ ਜਦੋਂ ਮੈਨੂੰ ਵੇਲੇ ਕਵੇਲੇ ਤੁਸੀਂ ਪੁੱਤਰ ਹੋਣ ਦੇ ਨਾਤੇ ਮੈਨੂੰ ਪੈਸਾ ਨਹੀਂ ਦਿੱਤਾ ਤੇ ਮੈਂ ਉਹ $1000 ਖਰਚਣ ਲੱਗ ਪਿਆ। ਹੌਲੀ ਹੌਲੀ ਖਰਚਦੇ ਫਿਰ ਜਿਹੜੀ ਮੇਰੀ ਪੈਨਸ਼ਨ ਆਉਂਦੀ ਹੈ ਜਾਂ ਮੈਨੂੰ ਜਿਹੜਾ ਵੀ ਇਨਕਮ ਆਉਂਦੀ ਹੈ ਉਹ 'ਚੋਂ ਮੈਂ ਕਾਰਡ ਦੀ ਪੇਮੈਂਟ ਦੇਣੀ ਸ਼ੁਰੂ ਕਰਤੀ। ਐਂਡ ਆਫ ਦ ਡੇ ਕੀ ਹੋਇਆ ਕਿ ਮੇਰੇ ਕੋਲ ਤਾਂ ਪੈਸਾ ਹੈ ਨਹੀਂ, ਮੈਂ ਉਸ ਪੈਸੇ ਨੂੰ ਵੀ ਇਸਤੇਮਾਲ ਕਰ ਲਿਆ। ਹੁਣ ਜਿਸ ਵੇਲੇ ਬਜ਼ੁਰਗੀ ਦਾ ਟਾਈਮ ਆਉਂਦਾ ਹੈ, 65-70 ਸਾਲ ਦੀ ਉਮਰ ਹੁੰਦੀ ਹੈ, ਉਦੋਂ ਸਾਨੂੰ ਪੀਸ ਚਾਹੀਦੀ ਹੈ, ਯਾਨੀ ਸ਼ਾਂਤੀ ਚਾਹੀਦੀ ਹੈ, ਨਾ ਕਿ ਕਰਜ਼ਿਆਂ ਦੀਆਂ ਪ੍ਰੋਬਲਮਾਂ ਚਾਹੀਦੀਆਂ। ਫਿਰ ਹੌਲੀ ਹੌਲੀ ਉਹ ਚੀਜ਼ਾਂ ਕਲੈਕਸ਼ਨ 'ਚ ਆਉਂਦੀਆਂ, ਕਲੈਕਸ਼ਨ ਤੋਂ ਆਉਣ ਤੋਂ ਬਾਅਦ ਉਹਨਾਂ ਨੂੰ ਫਿਰ ਡਰ ਹੁੰਦਾ ਕਿ ਕੀ ਬਣ ਗਿਆ ਮੇਰੇ ਨਾਲ। ਉਹ ਫਿਰ ਬੱਚਿਆਂ ਨਾਲ ਵੀ ਸ਼ੇਅਰ ਨਹੀਂ ਕਰ ਸਕਦੇ। ਫਿਰ ਜਦੋਂ ਮੇਰੇ ਟੇਬਲ ਤੇ ਆ ਕੇ ਬੈਠਦੇ ਨੇ ਤੇ ਉੱਥੇ ਆ ਕੇ ਉਹਨਾਂ ਦੇ ਜਜ਼ਬਾਤ ਬਾਹਰ ਆਉਂਦੇ ਨੇ, ਵਿਚ ਇਜ਼ ਵੈਰੀ ਸੈਡ। ਇਹ ਮੈਂ ਕਿਉਂ ਸੀਨ ਸੁਣਾਇਆ ਸਾਰਿਆਂ ਨੂੰ ਕਿ ਅਸੀਂ ਰਿਲੇਟ ਕਰ ਸਕੀਏ ਕਿ ਬਜ਼ੁਰਗ ਜਾਣਬੁੱਝ ਕੇ ਨਹੀਂ ਤੁਹਾਨੂੰ ਤੰਗ ਕਰ ਰਹੇ, ਅਸੀਂ ਉਹਨਾਂ ਨੂੰ ਫੋਰਸ ਕਰਨੇ ਆ, ਉਹਨਾਂ ਨਾਲ ਕਮਿਊਨੀਕੇਟ ਨਹੀਂ ਕਰਦੇ ਕਿ ਉਹ ਇਸ ਰਸਤੇ ਚਲੇ ਜਾਣ। ਸੋ ਇਸ ਵਜ੍ਹਾ ਕਰਕੇ ਮੈਂ ਇਹ ਵੀ ਜ਼ਰੂਰ ਕਹਾਂਗਾ ਕਿ ਸਾਡੇ ਬਜ਼ੁਰਗਾਂ ਨੂੰ ਵੀ ਗੱਲ ਦਾ ਖਿਆਲ ਰੱਖਣਾ ਚਾਹੀਦਾ। ਅਸੀਂ ਸਾਰੀਆਂ ਜ਼ਿੰਮੇਵਾਰੀਆਂ ਬੱਚਿਆਂ ਤੇ ਨਹੀਂ ਪਾ ਸਕਦੇ, ਅਸੀਂ ਇਹਨਾਂ ਮੁਲਕਾਂ 'ਚ ਆਏ ਹਾਂ, ਕੁਝ ਜ਼ਿੰਮੇਵਾਰੀਆਂ ਸਾਨੂੰ ਚੁੱਕਣੀਆਂ ਪੈਣੀਆਂ। ਔਰ ਉਹ 'ਚ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਜਦੋਂ ਤੁਸੀਂ ਐਜ਼ ਏ ਸੀਨੀਅਰ ਆਉਂਦੇ ਹੋ, ਨੈਵਰ ਗੋ ਫॉर ਕ੍ਰੈਡਿਟ। ਕਦੀ ਵੀ ਕ੍ਰੈਡਿਟ ਕਾਰਡ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਕਦੀ ਵੀ ਲਾਈਨ ਆਫ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਾ ਕਰੋ। ਇਹ ਚੀਜ਼ ਜਿਹੜੀ ਹੈ ਤੁਹਾਨੂੰ ਕੱਲ੍ਹ ਨੂੰ ਤੰਗ ਕਰੇਗੀ। ਜਿਸ ਤਰ੍ਹਾਂ ਆਪਣੇ ਕਲਚਰ 'ਚ ਹੈਗਾ ਕਿ ਅਸੀਂ ਰੱਬ ਵੱਲ ਧਿਆਨ ਦਿੰਦੇ ਹਾਂ, ਕਹਿੰਦੇ ਵੀ ਉਧਰ ਖਿਆਲ ਕਰੋ, ਫਿਰ ਤੁਹਾਡਾ ਰੱਬ ਵੱਲ ਧਿਆਨ ਨਹੀਂ ਹੋਣਾ, ਕਰਜ਼ਿਆਂ ਵੱਲ ਧਿਆਨ ਹੋਣਾ ਹੈ, ਪਰੇਸ਼ਾਨ ਹੋ ਜਾਵਾਂਗੇ। ਨਾਲੇ ਘਰ ਦੇ ਵਿੱਚ ਟੈਨਸ਼ਨ ਹੋਰ ਵੱਧਦੀ ਹੈ, ਹੋਰ ਆਲਰੇਡੀ ਜਿਸ ਸਕੂਨ ਵਾਸਤੇ ਤੁਸੀਂ ਆਏ ਉਹ ਸਾਰਾ ਖਤਮ ਹੋ ਜਾਂਦਾ ਤੇ ਹੋਰ ਝੰਜਟ ਪੈ ਜਾਂਦਾ। ਐਬਸੋਲੂਟਲੀ ਕਰੈਕਟ। ਸੈਕੰਡਲੀ, ਹੁਣ ਮੇਰੇ ਕੋਲ ਰੀਸੈਂਟਲੀ ਕੇਸ ਆਇਆ, ਮੈਂ ਕੇਸ ਕਿਉਂ ਦੱਸਣਾ ਚਾਹੁੰਦਾ ਹੈ ਕਿ ਇਟਸ ਅ ਪ੍ਰੈਕਟੀਕਲ ਥਿੰਗ। ਇੱਕ ਯੰਗ ਬੰਦਾ ਹੈ 35 ਸਾਲ ਦਾ, ਉਹਦੀ ਓਪਨ ਹਾਰਟ ਸਰਜਰੀ ਹੋਈ। ਓਪਨ ਹਾਰਟ ਸਰਜਰੀ ਤੋਂ ਬਾਅਦ ਉਹਦੀ ਲਿਮਿਟੇਸ਼ਨਸ ਹੋ ਗਈ, ਉਹ ਕੰਮ ਨਹੀਂ ਕਰ ਸਕਦਾ। ਠੀਕ ਹੈ। ਹੁਣ ਮੇਰੇ ਵਰਗਾ ਬਜ਼ੁਰਗ ਉਹਨਾਂ ਦਾ ਫਾਦਰ ਹੈ, ਮੇਰੇ ਕੋਲ ਉੱਥੇ 20 ਏਕੜ ਜਾਂ 50 ਏਕੜ ਜ਼ਮੀਨ ਹੈ। ਇੱਥੇ ਮੈਂ ਵੀ ਕੰਮ ਕਰ ਰਿਹਾ, ਮੇਰਾ ਪੁੱਤਰ ਕੰਮ ਨਹੀਂ ਕਰ ਸਕਦਾ, ਉਹ ਅੱਗੇ ਕਰਜ਼ਿਆਂ 'ਚ ਫਸਿਆ ਹੈ, ਉਹਦੇ ਘਰ ਉਹਦੀ ਮੈਰਿਜ ਟੁੱਟਣ ਦੀ ਪੋਜੀਸ਼ਨ ਆਈ ਪਈ ਹੈ। ਉਹ ਜਦੋਂ ਮੇਰੇ ਕੋਲ ਆਉਂਦਾ ਹੈ ਕਹਿੰਦਾ ਬਾਪੂ ਜੀ ਮੈਨੂੰ ਥੋੜ੍ਹੇ ਜਿਹੇ ਪੈਸੇ ਚਾਹੀਦੇ ਆ। ਮੈਂ ਕਹਿੰਦਾ ਪੁੱਤਰ ਮੇਰੇ ਕੋਲ ਤਾਂ ਪੈਸੇ ਹੈ ਨਹੀਂ। ਉਹ ਕਹਿੰਦਾ ਪਿੱਛੇ ਜ਼ਮੀਨ ਪਈ ਹੈ, ਕੋਈ ਥੋੜ੍ਹੇ ਬਹੁਤ ਲਿਆ ਕੇ ਆਪਾਂ ਕਰੀਏ। ਮੈਂ ਕਹਿੰਦਾ ਜਿੱਦਣ ਮੈਂ ਮਰੂੰਗਾ ਨਾ ਉਦੋਂ ਤੂੰ ਲੈ ਲਈ। ਹੁਣ ਇਸ ਦਾ ਮਤਲਬ ਕਿ ਬੱਚੇ ਇਹ ਅਰਦਾਸ ਕਰਨ ਲੱਗ ਪੈਣ ਕਿ ਬਜ਼ੁਰਗ ਹੁਣ ਛੇਤੀ ਮਰੇ। ਡੋਂਟ ਡੂ ਦੈਟ, ਕਿਉਂਕਿ ਉਹਦੇ ਵਿੱਚ ਕੀ ਹੈ ਕਿ ਮੈਂ ਵੀ ਜੌਬ ਕਰ ਰਿਹਾ, ਮੇਰਾ ਬੇਟਾ ਵੀ ਪਰੇਸ਼ਾਨ ਹੈ, ਉਹ ਹੈਲਥ ਵੀ ਨਹੀਂ ਠੀਕ ਉਹਦੀ। ਜੇ ਮੰਨ ਲਓ, ਮੈਂ ਇਹ ਨਹੀਂ ਕਹਿੰਦਾ ਸਾਰੀ ਜ਼ਮੀਨ ਵੇਚ ਦਿਓ, ਜੇ ਮੰਨ ਲਓ ਚੋ 1 ਕਿੱਲਾ 2 ਕਿੱਲੇ ਮੈਂ ਵੇਚ ਕੇ ਇੰਨੇ ਕੁ ਪੈਸੇ ਲੈ ਆਵਾਂ ਕਿ ਮੇਰਾ ਘਰ ਫ੍ਰੀ ਹੋ ਜਾਏ, ਮੇਰਾ ਬੱਚਾ ਜਿਹੜਾ ਆਲਰੇਡੀ ਬਿਮਾਰ ਹੈ, ਕਿਉਂਕਿ ਸਾਰਾ ਕੁਝ ਉਹਦੇ ਵਾਸਤੇ ਹੀ ਹੈ, ਜੇ ਬੱਚਾ ਹੀ ਨਾ ਰਿਹਾ ਤੇ ਮੈਂ ਕਿੱਥੇ ਨਾਲ ਲੈ ਜਾਣਾ। ਸੋ ਇਸ ਵਜ੍ਹਾ ਕਰਕੇ ਸਾਨੂੰ ਥੋੜ੍ਹਾ ਜਿਹਾ ਨਾ ਉਸ ਗੱਲੋਂ ਪੋਲਾਈਟ ਹੋਣ ਦੀ ਲੋੜ ਹੈ। ਠੀਕ ਹੈ, ਜ਼ਮੀਨਾਂ ਸਾਡੀਆਂ ਜੱਦੀ ਜਦਾਦ ਹੈ, ਸਾਨੂੰ ਬੜਾ ਪਿਆਰ ਹੁੰਦਾ ਜ਼ਮੀਨਾਂ ਨਾਲ ਕਿ ਜ਼ਮੀਨ ਵਧਾਈ ਦੀ ਹੈ ਘਟਾਈ ਦੀ ਨਹੀਂ ਹੈ। ਅਮੂਮਨ ਸਾਡੇ ਸਾਰੇ ਬਜ਼ੁਰਗਾਂ ਦੀ ਸੋਚ ਹੈ। ਜਦੋਂ ਜ਼ਰੂਰਤ ਹੈ ਜੀ, ਜੇਕਰ ਨਾ ਵਰਤੋਂ ਕੀਤੀ ਜਾਏ ਇਹਨਾਂ ਟੈਂਜੀਬਲ ਥਿੰਗਸ ਦੀਆਂ, ਤਾਂ ਫਿਰ ਕਦੋਂ ਕੀਤੀ ਜਾਏ? ਐਬਸੋਲੂਟਲੀ ਹਰਪ੍ਰੀਤ ਜੀ। ਔਰ ਇਸ ਨੋਟ ਤੇ ਸਿਰਫ ਇਹ ਗੱਲ ਹੈ, ਟਰਾਈ ਐਂਡ ਸਟਾਰਟ ਲਿਵਿੰਗ ਟੁਡੇ। ਅੱਜ 'ਚ ਜੀਣਾ ਸ਼ੁਰੂ ਕਰੀਏ ਕਿ ਅੱਜ ਮੇਰੇ ਕੋਲ ਕੀ ਹੈ, ਮੇਰੇ ਕੋਲ 5 ਸਾਲ ਹੈ, ਮੇਰੇ ਕੋਲ 10 ਸਾਲ ਹੈ, ਕਮ ਸੇ ਕਮ ਮੈਂ 5-10 ਸਾਲ ਉਹ ਖੁਸ਼ੀਆਂ ਮਾਣ ਸਕਾਂ ਜਿਹੜੀਆਂ ਕਿ ਪੈਸੇ ਨਹੀਂ ਖਰੀਦੀਆਂ ਜਾ ਸਕਦੀਆਂ। ਔਰ ਰੱਬ ਦੀ ਦਇਆ ਨਾਲ ਮੇਰੇ ਕੋਲ ਪੈਸਾ ਬਥੇਰਾ ਹੈ, ਪਰ ਉਹ ਲਿਕੁਇਡੇਟ ਕੈਸ਼ ਨਹੀਂ ਹੈ, ਉਹ ਜ਼ਮੀਨ ਦੀ ਸ਼ੇਪ 'ਚ ਜਾਂ ਕਿਸੇ ਵੀ ਹੈ। ਪਹਿਲੀ ਗੱਲ, ਜੇ ਮੈਂ ਆਪਣੀ ਮਰਜ਼ੀ ਨਾਲ ਇੱਥੇ ਆ ਗਿਆ ਤੇ ਮੈਂ ਮਜ਼ਦੂਰੀ ਕਰਨ ਨਹੀਂ ਸੀ ਆਇਆ, ਪਰ ਹੁਣ ਮੈਂ ਮਜ਼ਦੂਰੀ ਕਰ ਰਿਹਾ ਸਿਰਫ ਆਪਣਾ ਢਿੱਡ ਭਰਨ ਲਈ। ਤੇ ਕਿਉਂ ਨਾ ਮੈਂ ਉਹਦੇ 'ਚੋਂ ਥੋੜ੍ਹੀ ਜਿਹੀ ਚੀਜ਼ ਲਿਕੁਇਡੇਟ ਕਰਕੇ ਉਨੀ ਕੁ ਲੈ ਆਵਾਂ ਜਿਹਦੇ ਨਾਲ ਮੇਰੀ ਵੀ ਜ਼ਿੰਦਗੀ ਸੌਖੀ ਹੋਵੇ, ਜਿਹੜੇ ਮੇਰੇ ਪੋਤੇ ਪੋਤੀਆਂ
ਬੇਟੀਆਂ ਦੋਤੇ ਦੋਤੀਆਂ ਹੈ, ਮੈਂ ਉਹਨਾਂ ਨੂੰ ਇੰਜੋਏ ਕਰ ਸਕਾਂ, Right. ਮੈਂ ਉਹਨਾਂ ਨੂੰ ਉਹ ਚੀਜ਼ੀ ਲੈ ਕੇ ਦੇ ਸਕਾਂ ਜਿਹਨੂੰ ਗੋਲੀ ਕਹੀਦਾ ਸੀਗਾ ਪੁਰਾਣੇ ਜ਼ਮਾਨੇ 'ਚ। ਜੀ। ਸੋ ਕਹਿਣ ਦਾ ਮਤਲਬ ਥੀਸ ਆਰ ਸਮਾਲ, ਔਰ ਇਹ ਖੁਸ਼ੀਆਂ ਹੈ, ਜੀ। ਇਹ ਬੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਹੈ, ਬਿਲਕੁਲ। ਜੇ ਵੇਲੇ ਕਵੇਲੇ ਮਿਲਦੀਆਂ ਰਹਿਣ ਨਾ, Right. ਇੱਕ ਬੰਦਾ ਵੀ ਜਵਾਨ ਰਹਿੰਦਾ ਹੈ ਤੇ ਉਹਦੀ ਜ਼ਿੰਦਗੀ ਵੀ ਜਿਹੜੀ ਆਉਣ ਵਾਲੀ ਨਾ ਉਹ ਖੁਸ਼ਗਵਾਰ ਵਧੀਆ, ਰਹਿੰਦੀ ਹੈ। ਬਿਲਕੁਲ ਜੀ, ਦੈਟ ਬਹੁਤ ਇਜ਼ ਵੈਰੀ ਵਧੀਆ। ਇੰਪੋਰਟੈਂਟ। Absolutely, there is no doubt, because ultimate end is you have to be joyful, and that is only possible ਜੇ ਸਭ ਕੁਝ ਹੈਗਾ, why not to utilize those ਜਦੋਂ ਕਿ ਲੋੜ ਹੋਵੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਬਜ਼ੁਰਗ ਖਾਸ ਤੌਰ ਤੇ ਜਿਹੜੇ ਬਾਈ ਚਾਂਸ ਗਲਤੀ ਕਾਰਨ ਉਹਨਾਂ ਨੇ ਚਲੇ ਗਏ, ਅਸਿਸਟੈਂਸ ਤੇ ਚਲੇ ਗਏ, ਉਹਨਾਂ ਦੇ ਬਾਰੇ ਕਿਵੇਂ ਉਹਨਾਂ ਦੀ ਮਦਦ ਹੋ ਸਕਦੀ, ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਧੰਨਵਾਦ ਇੱਥੇ ਆ ਕੇ ਸਾਂਝ ਪਾਉਣ ਲਈ। ਥੈਂਕ ਯੂ ਵੈਰੀ ਮਚ ਫॉर ਯਰ ਟਾਈਮ। ਥੈਂਕ ਯੂ ਫॉर ਹੈਵਿੰਗ ਮੀ। ਸੋ ਅੱਜ ਜਿਹੜਾ ਬਜ਼ੁਰਗਾਂ ਦੇ ਸੰਬੰਧ ਵਿੱਚ ਅਸੀਂ ਗੱਲਬਾਤ ਕੀਤੀ ਜੀ, ਅਗੇਨ ਮਕਸਦ ਇਹੀ ਸੀ ਕਿ ਤੁਹਾਨੂੰ ਜਾਣੂ ਕਰਾਇਆ ਜਾ ਸਕੇ, ਸੁਚੇਤ ਹੋਈਏ ਅਸੀਂ ਸਾਰੇ। ਸਾਡਾ ਜੋ ਆਪਣਾ ਫਰਜ਼ ਹੈਗਾ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਜੇ ਕਿਤੇ ਬੁਲਾਇਆ ਹੈ, ਉਹਨਾਂ ਦੀ ਵੱਧ ਤੋਂ ਵੱਧ ਅਸੀਂ ਰਿਸਪੈਕਟ ਕਰੀਏ, ਤੇ ਨਾਲ ਜਿੱਥੇ ਕਿਤੇ ਅਸੀਂ ਉਹਨਾਂ ਦੀ ਮਦਦ ਕਰ ਸਕਨੇ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਲੇਕਿਨ ਜੇਕਰ ਕਿਸੇ ਵਜ੍ਹਾ ਕਾਰਨ ਕੁਝ ਨਾ ਕੁਝ ਗਲਤ ਹੋ ਗਿਆ ਹੈ, ਤਾਂ ਆਉਣ ਵਾਲੇ ਪ੍ਰੋਗਰਾਮਸ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਉਸ ਵਿੱਚੋਂ ਕਿਵੇਂ ਬਾਹਰ ਨਿਕਲਿਆ ਜਾ ਸਕਦਾ ਹੈ। ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਵੇਅਰਹਾਊਸ ਪੰਜਾਬ ਕਲੌਥ ਹਾਊਸ 25,000 ਸਕੁਆਇਰ ਫੀਟ ਵਿੱਚ ਸੈਪਰੇਟ ਬ੍ਰਾਈਡਲ ਸੈਕਸ਼ਨ, ਲਹਿੰਗਾ, ਸਾੜੀਆਂ, ਅਚਕਨ, ਮੈਚਿੰਗ ਜਿਊਲਰੀ, ਪਰਸਸ, ਸ਼ੂਜ਼ ਅਤੇ ਐਕਸੈਸਰੀਜ਼। ਖੁੱਲੇ ਕੱਪੜੇ ਵਿੱਚ ਸਿਲਕ, ਪੋਲੀਐਸਟਰ, ਕਾਟਨ, ਰੇਯਨ ਅਤੇ ਵੂਲਨ, ਰੈਡੀਮੇਡ ਸੂਟਸ, ਮੈਨਸ ਸੂਟਸ, ਅਨਾਰਕਲੀ ਸੂਟਸ ਅਤੇ ਬੱਚਿਆਂ ਦੇ ਕੱਪੜੇ। ਐਨਵਰਸਰੀ ਸੇਲ ਲੱਗੀ ਹੋਈ ਆ, ਸ਼ਿਪਮੈਂਟਾਂ ਆ ਗਈਆਂ ਵਾ, ਤੇ ਆ ਕੇ ਫਾਇਦਾ ਉਠਾਓ ਤੇ ਡਾਲਰਾਂ ਦੀ ਬਚਤ ਕਰੋ।